ਆਪਾਂ ਸਾਰੀ ਭੈਣਾਂ ਆਵਗੁਣ ਕਹਿੰਦੇ ਆ। ਆਵਗੁਣ ਨਹੀਂ ਹੁੰਦਾ ਕੁਛ ਵੀ, ਆਵਗਣ ਹੈ, ਗੱਗਾ ਨਾਣੇ ਨੂੰ ਔਕੜ, ਕਿਉਂਕਿ ਆਪਾਂ ਨੂੰ ਵੀ ਗੁਣ ਔਗਣਾ ਬਸ ਆਪਣੇ ਰੱਟਾ ਲੱਗਾ ਹੋਇਆ, ਇਸ ਕਰਕੇ ਉਵੇਂ ਬੋਲੀ ਜਾਂਦੇ ਮੇਰਾ ਗੁਣ ਔਗੁਣ ਨਾ ਵਿਚਾਰੋ, ਕੋਈ ਅਵਗੁਣ ਨਾ ਵਿਚਾਰੋ। ਗੁਣ ਨਹੀਂ ਹੈ ਇੱਥੇ ਲਿਖਿਆ ਹੋਇਆ, ਮੇਰਾ ਗੁਣ ਆਵਗਣ ਨਾ ਵਿਚਾਰੋ ਕੋਈ। ਹੁਣ ਗੁਣ ਕੀ ਹੈ ਅਤੇ ਅਵਗਣ ਕੀ ਹੈ ਇਹ ਪਤਾ ਹੋਣਾ ਚਾਹੀਦਾ। ਕਿਸ ਨੂੰ ਕਹਿੰਦੇ ਨੇ ਗੁਣ, ਕੀ ਹੈ ਅਵਗਣ। ਜਿੰਨੀ ਦੇਰ ਤੱਕ ਪਤਾ ਹੀ ਨਹੀਂ ਵੀ ਗੁਣ ਕੀ ਹੈ ਅਤੇ ਅਵਗਣ ਕੀ ਹੈ, ਕਿਵੇਂ ਆਪਾਂ ਬੇਨਤੀ ਕਰਾਂਗੇ ਵੀ ਸਾਡਾ ਵਿਚਾਰ ਹੋਣਾ ਜੀ। ਗੁਣ ਕੀ ਹੈ? ਅਨੇਕਾਂ ਹੀ ਗੁਣ, ਸਤਿਗੁਰੂ ਗੁਣਾਂ ਦਾ ਖਜ਼ਾਨਾ ਨੇ, ਗੁਣੀ ਨਿਧਾਨ ਨੇ, ਸਾਨੂੰ ਗੁਣ ਬਖਸ਼ਿਸ਼ ਕਰਦੇ ਨੇ। ਸਿਰਫ ਗੁਣ ਗ੍ਰਹਿਣ ਕਰਨ ਆਇਆ, ਗੁਣ ਇਕੱਠੇ ਕਰਨ ਆਇਆ। ਸਾਡੇ ਵਿੱਚ ਪਾਏ ਨੇ ਅਕਾਲ ਪੁਰਖ ਵਾਹਿਗੁਰੂ ਨੇ, ਸਾਰਿਆਂ 'ਚ ਪਾਏ ਨੇ। ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ, ਕਿਹੜੇ ਰੁਕਾਵਟਾਂ ਨੇ ਜਿਹੜੇ ਉਹਨੂੰ ਖਰਾਬ ਕਰਦੇ ਨੇ। ਹੁਣ ਗੁਣ ਕੀ ਹੈ? ਮਿੱਠਾ ਬੋਲਣਾ ਕੀ ਹੈ? ਗੁਣ ਬੋਲ ਸਕਦੇ ਆਪਾਂ। ਅਤੇ ਕੌੜਾ ਬੋਲਣਾ, ਫਿੱਕਾ ਬੋਲਣਾ ਕੀ ਹੈ? ਆਵਗਣ। ਉਹਦੇ ਉਲਟ ਹੋ ਗਿਆ, ਵਿਰੋਧੀ ਸ਼ਬਦ ਹੋ ਗਿਆ। ਮਿੱਠਾ ਬੋਲਣਾ ਗੁਣ ਹੈ, ਫਿੱਕਾ ਬੋਲਣਾ ਕੀ ਹੈ? ਆਵਗਣ ਹੈ। ਨਿਮਰਤਾ ਧਾਰਨੀ, ਨਮਰ ਰਹਿਣਾ, ਨੀਵਾਂ ਹੋ ਕੇ ਚੱਲਣਾ ਕੀ ਹੈ? ਗੁਣ। ਹੈਂਕੜ ਮਾਰਨੀ, ਰੋਬ ਮਾਰਨਾ, ਇਹ ਕੀ ਹੈ? ਆਵਗਣ। ਕਿੰਨੀ ਮਰਜ਼ੀ ਤੁਸੀਂ ਇਕੱਠੇ ਆਪਾਂ ਕਰ ਸਕਦੇ ਹਾਂ, ਇਹਦੇ ਵਿੱਚ ਇੱਕ ਲੜੀ ਹੈ ਕਿ ਗੁਣ ਦਾ ਉਲਟ ਸ਼ਬਦ ਆਵਗਣ ਹੈ। ਔਰ ਇਹਦਾ ਮੂਲ ਕਾਰਨ ਕੀ ਹੈ? ਅਵਗਣ ਦਾ ਮੂਲ ਕਾਰਨ ਕੀ ਹੈ? ਵੀ ਅਸੀਂ ਕਿਉਂ ਕਰਦੇ ਹਾਂ? ਭਲਾ ਕਿਉਂ ਹੈਂਕੜ ਮਾਰਦੇ ਹਾਂ, ਕਿਉਂ ਪੁੱਠਾ ਬੋਲਦੇ ਹਾਂ? ਗੁਰੂ ਸਾਹਿਬ ਤਾਂ ਰੋਕਦੇ ਨੇ ਕਿ ਵੀ ਭਾਈ ਨਿਮਾ ਵੀ ਚੱਲ, ਤੂੰ ਮਿੱਠਾ ਵੀ ਬੋਲ, ਤੇਰੇ 'ਚ ਸਾਰੇ ਗੁਣ ਹੋਣੇ ਚਾਹੀਦੇ, ਇਹਦੇ 'ਚ ਸੱਤ ਹੋਣਾ ਚਾਹੀਦਾ, ਸੰਤੋਖ ਹੋਣਾ ਚਾਹੀਦਾ, ਦਇਆ ਹੋਣੀ ਚਾਹੀਦੀ ਹੈ, ਧੀਰਜ ਹੋਣਾ ਚਾਹੀਦੀ ਹੈ, ਕਾਹਲੀ ਨਹੀਂ ਚਾਹੀਦੀ, ਧਰਮ ਚਾਹੀਦਾ। ਜਿਹੜੇ ਬਕਾਰ ਨੇ ਉਹਨਾਂ ਤੋਂ ਤੇਰਾ ਪੰਡਾ ਛੁੱਟੇ, ਤੂੰ ਸੱਚ ਬੋਲ। ਸੱਚ ਬੋਲਣਾ ਗੁਣ ਹੈ ਅਤੇ ਝੂਠ ਬੋਲਣਾ ਕੀ ਹੈ? ਆਵਗਣ। ਸਤਿਗੁਰੂ ਰੋਕਦੇ ਨੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸਿਆ ਵਾਟ ਮਰੀਦਾ ਜੋਲੀਏ। ਹੁਣ ਮੂਲ ਕਾਰਨ ਕੀ ਹੈ? ਆਵਗਣ ਕਰਨ ਦਾ ਮੂਲ ਕਾਰਨ ਹੈ ਹਉਮੈ। ਮੈਂ ਤਾਂ ਹੈਂਕੜ ਮਾਰਦਾ ਵੀ ਮੈਂ ਹੈਗਾ ਕੁਛ, ਤੂੰ ਕੌਣ ਹੈ? ਤੈਨੂੰ ਕੀ ਪਤਾ? ਤੈਨੂੰ ਕੋਈ ਸਮਝ ਹੈਗੀ ਹੈ? ਤੈਨੂੰ ਤਾਂ ਹੈ ਹੀ ਸਮਝ ਹੀ ਨਹੀਂ। ਮੈਨੂੰ ਸਮਝ ਹੈ, ਮੈਂ ਹੀ ਸੰਸਾਰ 'ਚ ਸਭ ਤੋਂ ਸਿਆਣਾ, ਮੈਂ ਹੀ ਪਰਿਵਾਰ 'ਚ ਸਭ ਤੋਂ ਸਿਆਣਾ, ਮੈਂ ਹੀ ਨਗਰ ਦਾ ਸਿਆਣਾ, ਮੈਥੋਂ ਉੱਪਰ ਦੀ ਕੋਈ ਨਹੀਂ ਹੈ। ਇਹ ਸਭ ਕੁਛ ਮੇਰੇ ਹੈ। ਬੜੇ ਲੰਬੀ ਉਂਗਲ ਕਰਕੇ ਵੀ ਉਹ ਉੱਥੇ ਤੱਕ ਸਾਰਾ ਮੇਰੇ ਹੀ ਹੈ। ਇੱਕ ਪੁਰਾਣੇ ਕੋਲ ਮੈਨੂੰ ਜਾਣ ਦਾ ਮੌਕਾ ਮਿਲਿਆ, ਮੈਨੂੰ ਕਹਿੰਦਾ ਚਲੋ ਆਪਾਂ ਮਾੜਾ ਜਿਹਾ ਦੇਖਿਆ ਜੀ ਆਪਣਾ। ਮੈਂ ਜੀ ਚਲੋ। ਮੈਨੂੰ ਕਹਿੰਦਾ ਜੇ ਇੱਥੋਂ ਲੈ ਕੇ ਬੋਹੇ ਤੱਕ ਜਮਾਂ ਨਾਲ ਲੱਗਣ ਵਾਲਾ ਹੋ ਗਿਆ, ਮੇਰੇ ਹੀ ਹੈ। ਮੈਂ ਜੀ ਠੀਕ ਹੈ, ਉਹ ਵੀ ਤੁਸੀਂ ਕਰ ਲਓ, ਆਪਦਾ ਕਰੋ ਕੋਸ਼ਿਸ਼ ਵੀ ਉਹ ਵੀ ਤੁਹਾਡੇ ਕਬਜ਼ੇ 'ਚ ਹੋ ਜੇ। ਸਾਡਾ ਇਹ ਇਕੱਲਾ ਮਨੋਰਥ ਨਹੀਂ ਹੈ, ਮੇਰਾ ਇੱਥੇ ਕੁਛ ਵੀ ਨਹੀਂ ਹੈ। ਇਹ ਤਾਂ ਸਮਝ ਨਹੀਂ ਆਉਂਦੀ। ਜਿੰਨੀ ਦੇਰ ਤੱਕ ਮੈਂ ਅਤੇ ਮੇਰੀ ਦੀ ਸਮਝ ਅਧੂਰੀ ਹੈ, ਕੁਛ ਵੀ ਨਹੀਂ ਪੱਲੇ ਪਿਆ, ਕੋਈ ਵੀ ਗੱਲ ਨਹੀਂ ਬਣੂਗੀ। ਸੋ ਜ਼ਿੰਦਗੀ ਦੇ ਵਿੱਚ ਆਮ ਤੌਰ 'ਤੇ ਅਸੀਂ ਦੋ ਕਮਾਈਆਂ ਕਰਦੇ ਹਾਂ, ਦੋ ਰਾਹ ਨੇ। ਇੱਕ ਰੂਪ ਦਾ ਰਾਹ, ਇੱਕ ਗੁਣਾਂ ਦਾ ਰਾਹ। ਹੁਣ ਗੁਣ ਇਕੱਠੇ ਕਰਨੇ ਨੇ ਕਿ ਦੁਨੀਆ ਦੇ ਰੰਗ ਤਮਾਸ਼ਿਆਂ 'ਚ ਉਲਝਣਾ ਹੈ? ਮਰਜ਼ੀ ਆਪਣੀ ਹੈ, ਸੁਤੰਤਰ, ਛੱਡੇ ਖੁੱਲ੍ਹੇ। ਰੂਪ ਬਦਲਦਾ ਰਹਿੰਦਾ। ਵੈਸੇ ਵੀ ਦੁਨਿਆਵੀ ਤੌਰ 'ਤੇ ਜੇ ਆਪਾਂ ਦੇਖੀਏ ਨਾ, ਆਊਟ ਆਫ ਫੈਸ਼ਨ, ਅੰਗਰੇਜ਼ੀ ਦਾ ਇੱਕ ਸ਼ਬਦ ਬੜੇ ਵਰਤਦੇ ਨੇ ਪੜ੍ਹੇ ਲਿਖੇ ਵੀਰ, ਵੀ ਇਹ ਗੱਲ ਆਊਟ ਆਫ ਫੈਸ਼ਨ ਹੋ ਗਈ। ਇਹ ਫੈਸ਼ਨ ਨਹੀਂ ਹੁਣ ਕੋਠੀਆਂ ਦਾ ਇਸ ਤਰ੍ਹਾਂ ਦਾ, ਹੁਣ ਇਸ ਤਰ੍ਹਾਂ ਬਣਨ ਲੱਗ ਗਈਆਂ। ਹੁਣ ਇਸ ਤਰ੍ਹਾਂ ਦੇ ਵਸਤਰ ਪਹਿਨਣ ਦਾ ਫੈਸ਼ਨ ਹੈ। ਤੁਹਾਨੂੰ ਕੀ ਪਤਾ? ਤੁਸੀਂ ਤਾਂ ਪੁਰਾਣੇ ਬੰਦੇ ਹੋ। ਰੂਪ ਬਦਲਦਾ ਰਹਿੰਦਾ। ਬਚਪਨ 'ਚ ਜੋ ਹੈ ਉਹ ਜਵਾਨੀ 'ਚ ਨਹੀਂ, ਜਵਾਨੀ 'ਚ ਜੋ
बुढ़ापे च नहीं है, बुढ़ापे च करूपता आ जाती है, वही चेहरा जड़ा तो झुरड़ियाँ पैणियाँ होर सारे अपन पता ही है। कल आप सरवण किया भी हत्थ पैर कंबण लग गए, अखां चों पानी वगण, ये सारा कुछ होंदा, वो नहीं रहेगा। पर गुण कदे भी नहीं बदलते। बचपन च भी तुहाडे कोले नाल ने, जवानी च भी तुहाडे कोले नाल ने, बुढ़ापे च भी तुहाडे कोले नाल ने। और होर हैरानी दी गल कि जाणगे भी नाले, गुणा की बन गंठड़ी लै जा नाल गठ बन के, रूप नहीं जाता किसी का। जिहड़ी मर्जी फोटो धर लो इत्थे, उहदे नाल कोई फर्क नहीं पैना। फर्क काहदे नाल पैना कि छोड़ अवगण, अवगण छड्ड दे, गुण संग्रह कर, गुण इकट्ठे कर। क्योंकि बिन गुण कीते भगती ना, ये अपन क्लीयर है भी किहड़े गुण ने। जे तेरे पहले सच्चे नहीं, तेरे को संतोख नहीं है, तेरे को कोई धीरज नहीं है, तेरे को कोई दया नहीं है, जिन्ना मर्जी पाठ करिए, जे इत्थे रौल ला के उठ के लोगों को लड़ना ही है, फिर की पता लगा 2 घंटे टक्कर मारिया का, माफ़ करना, की पता लगा? कुछ भी नहीं। की सीखा? कित्थों उठ गए हैं, की करके हैं? कोई मन ने गल पकड़ी नहीं है। जे पकड़ी है फिर तेरे च निमरता होनी चाहिए, तेरे च मिठापन होना चाहिए, तेरा कौड़ापन दूर होना चाहिए, तेरे विचों गुणों का संग्रह होना चाहिए। वो तो हो ही नहीं है। असी संसारक तौर पर इस तरह का व्यापार करते हैं कि असी रूप के व्यापारी हाँ, और उन्होंने असी संग्रहण करते हैं, इकट्ठा करते रहने, वो पिछे भजते रहने, बकारी वृत्तियां ने साडियां, माफ़ करना। और जो गुण की कमाई करनी है, गुण केवल तो केवल इत्थों इकट्ठे किए जा सकते, होर कोई दुनिया का स्थान नहीं है जितों असी कोई गुण ग्रहण कर सकें। क्योंकि जिहदे कोल गुण ने, जिन्हें आप कमाए ने, वही वंड सकता, वही दे सकता है। उस कोल बेनती करनी कि किरपा करो दीन के दाते, जिहड़े मेरे गुण तुसी बख्शिश कीते ने, वो तुहाडी किरपा नाल मैनूं मिले ने। अवगण ने जिहड़े, ये मेरे च बड़े वड्डे पद्धर ते कई जन्मां दा मेरा पिछा कर रहे हैं, तो मैथों इन्हां दा पैंडा नहीं छुटदा, और मैं ज़्यादा अवगण करदा, मिठा घट बोलदा, कौड़ा। आपदा विश्लेषण करिए आपां। कई तो हर गल दे विच, हर गल च गाल सुन के कदे कुछ भी नहीं समझिया, 2 गल्लां करनगे विच 2 गालां, चैक कर लें, खुद का भी आप चैक करना। और इस तरह के शब्द वरतते हैं, किते भैन की गाल, किते साले की गाल, किते कासे की, किते कुछ, पता नहीं की पशुओं को भी दे। गुण अवगण। हुण जदों सतगुरु किरपा करते हैं, मेहर करते हैं, बख्शिश करते हैं, पहला किरपा होंदी है, फिर निहाल होंदा है। रोज़ पढ़ते हैं आप, पंक्तियां सुनने सारे ने याद ने, जपजी साहिब दीयां पंक्तियां ने, जो लास्ट वाली है तो पहले जिन को नादर कर्म तिन कार, सारे पढ़ते। की मतलब भी जिहदे ते तेरी नादर हो गई, जिहदे ते तेरी बख्शिश हो गई, 3 कार उन्होंने आयस कार चला लिया, काम चला लिया, आ कार बख्शिश करती। कार का सारे अपनी किरत पाई हुई, तो अपन करनी करनी है पेट पूर्ति लिए। पर जिनको नादर कर्म 3 कार, किहड़ी कार? जो अपन बख्शिश हुई है। फिर जो हो गई, ये कमाई शुरू कर दी, फिर क्या होया? नानक नादरी नादर निहाल, फिर निहाल हो गया। निहाल गुरु ने करना है। गुरु ने बोला भी सानू दिता कि बोले सो निहाल, सत श्री अकाल। वो अकाल पुरख वाहिगुरू सत है, जिहदे नाल श्री सत्कार के रूप चलाया है। और जदों भी असीं उस दे दिते बोलों चों उहदी उपमा दे विचों आपदे बोल बुलाउंदा है, सो मैंने वो निहाल हो जाता। बोले सो निहाल, नानक नादरी। असीं तां सो भी नहीं सीखे अजे तक, माफ़ करना मैं कोई टीका टिप्पणी नहीं कर रहा। बहुत ही जगह पर जदों ये बोला बोलिया जाता है, बोले 100 निहाल 100, सस्से नूं कनौड़ा लाई जाते भी भले ये तो सिख लो, 100 नहीं है 100 है। 100 मैंने ओ
ਜਿਹੜਾ ਹੀ ਬੋਲੂਗਾ ਕੋਈ ਮਰਜ਼ੀ ਸੋਮਣੇ ਉਹ ਜਿਹੜਾ ਇਹ ਬੋਲੂਗਾ ਉਹ ਨਿਹਾਲ ਹੋਊਗਾ। ਕੀ ਬੋਲੂਗਾ ਵੀ ਅਕਾਲ ਪੁਰਖ ਵਾਹਿਗੁਰੂ ਸੱਚ ਹੈ, ਇਹ ਬੋਲਣਾ। ਸਤਿ ਸ਼੍ਰੀ ਇੱਕ ਦੂਜੇ ਨੂੰ ਮਿਲਦੇ ਆਪਾਂ ਉਦੋਂ ਵੀ ਇਹ ਕਹਿੰਦੇ ਹਾਂ, ਹਰ ਗੁਰਮੁਖ ਪਿਆਰਾ ਇੱਕ ਦੂਜੇ ਨੂੰ ਮਿਲਦਾ ਹੈ ਤਾਂ ਪਹਿਲਾਂ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਕੀ ਬੋਲਿਆ ਕਿ ਵੀ ਅਕਾਲ ਪੁਰਖ ਵਾਹਿਗੁਰੂ ਸੱਚ ਹੈ, ਬਾਕੀ ਸਭ ਝੂਠ। ਦੂਜੇ ਨੂੰ ਵੀ ਕਹਿਤਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ, ਮੈਂ ਵੀ ਇਹ ਕਹਿਣਾ। ਅਸੀਂ ਤਾਂ ਗੁੱਸੇ ਹੋ ਜਾਂਦੇ ਹਾਂ, ਮੈਨੂੰ ਇਹ ਲੱਗਦਾ ਮੈਨੂੰ ਕਹਿੰਦਾ ਮੈਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਜੀ, ਸਤਿ ਸ਼੍ਰੀ ਨਹੀਂ ਕਹਿੰਦੇ ਸਤਿ ਸ਼੍ਰੀ ਕਹਿੰਦੇ ਹਾਂ, ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਮੈਨੂੰ ਗੁੱਡ ਮਾਰਨਿੰਗ ਬੁਲਾਣਾ ਦੇਣਾ, ਉਹ ਕੋਈ ਮਤਲਬ ਨਹੀਂ ਹੈ। ਉਹਦਾ ਮਤਲਬ ਸਿਰਫ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਸਾਡੀ ਯਾਦ 'ਚੋਂ ਨਾ ਵਿਸਰੇ। ਜਦੋਂ ਵੀ ਮਿਲੋਗੇ ਇਹ ਬੋਲਣਾ, ਨਿਹਾਲ ਹੋ ਜਾਓਗੇ, ਇਹ ਇਹਦਾ ਮਹਿਨਾ। ਹੁਣ ਇੱਥੇ ਅਸਲ 'ਚ ਗੁਣ ਨੇ ਜਿਹੜੇ, ਇਹਨਾਂ ਦੇ ਨਾਲ ਸਾਡਾ 3 ਕੰਮ ਚੱਲਦੇ ਨੇ, ਕਿਉਂਕਿ ਸਮਾਂ ਆਪਣੇ ਕੋਲ ਲਿਮਿਟ 'ਚ ਹੁੰਦਾ, ਇਸ ਕਰਕੇ ਆਪਾਂ ਨੇ ਪੂਰੇ ਸ਼ਬਦ ਦੀ ਵਿਚਾਰ ਕਰਨੀ। ਤਾਂ ਕਿਉਂਕਿ ਮੇਨ ਗੱਲ ਹੈ ਜਿਹੜੀ ਜੋ ਮੇਨ ਉਪਦੇਸ਼ ਹੈ ਗੁਣ ਅਤੇ ਅਵਗੁਣ ਦਾ, ਇਸ ਕਰਕੇ ਮੈਂ 2 ਮਿੰਟ 'ਤੇ ਵੱਧ ਲਾ ਰਿਹਾ। ਗੁਣ ਦੇ ਨਾਲ 3 ਗੱਲਾਂ ਚੱਲਦੀਆਂ ਨੇ, ਹੁਣ ਇਹ ਧਿਆਨ ਨਾਲ। ਗੁਣ ਸਾਡਾ ਗੁਜਰਾਨ ਹੈ, ਗੁਣਾਂ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਇਸ ਸੰਸਾਰ 'ਚ। ਕੋਈ ਗੁਣ ਕਿਰਤ ਵਾਸਤੇ ਚਾਹੀਦਾ। ਤੁਸੀਂ ਡਰਾਈਵਰ ਹੋ, ਗੱਡੀ ਚਲਾਉਣੀ ਹੁੰਦੀ, ਤੁਹਾਡੇ 'ਚ ਗੁਣ ਹੈ, ਰੱਖ ਲਓ ਕੋਈ। ਤੁਸੀਂ ਪੜ੍ਹੇ ਹੋ, ਤੁਹਾਡੇ ਕੋਲ ਕੋਈ ਸਪੈਸ਼ਲ ਯੋਗਤਾ ਹੈ, ਉਸ ਚੀਜ਼ ਦੀ ਸਮਾਜ ਨੂੰ ਲੋੜ ਹੈ, ਉਸ ਪਦਵੀ ਦੀ ਲੋੜ ਹੈ, ਤੁਹਾਨੂੰ ਰੱਖ ਲੂਗਾ। ਤੁਸੀਂ ਭੱਜ ਸਕਦੇ ਹੋ, ਛਾਲ ਮਾਰ ਸਕਦੇ ਹੋ, ਉੱਚੀ ਦੌੜ, ਉਹ ਸਾਰਾ ਕੁਝ ਕਰ ਸਕਦੇ ਹੋ, ਅਤੇ ਫੋਰਸ ਦੀ ਲੋੜ ਹੈ, ਤੁਹਾਨੂੰ ਰੱਖ ਲੂਗਾ। ਤੁਹਾਡਾ ਕੱਦ ਕਾਠ ਕੁਦਰਤ ਨੇ ਉਹਨਾਂ ਦਿੱਤਾ, ਜਾਂ ਨਾ ਉਹ ਮੰਗਦੇ ਨੇ, ਤੁਹਾਨੂੰ ਕੋਈ ਰੱਖ ਲੂਗਾ। ਜੇ ਹੈ ਹੀ ਨਹੀਂ ਹੈ ਫਿਰ ਤਾਂ ਨਹੀਂ ਰੱਖਦਾ ਨਾ ਕੋਈ। ਉਹਦੀ ਪ੍ਰੀਖਿਆ ਲੈ ਜਾਂਦਾ, ਟੈਸਟ ਲੈ ਜਾਂਦਾ। ਜੇ ਤੁਸੀਂ ਯੋਗ ਹੋ, ਤੁਹਾਡੇ 'ਚੋਂ ਗੁਣ ਹੈਗਾ ਤਾਂ ਉਹਦੀ ਗੁਣ ਦੀ ਕਦਰ ਹੁੰਦੀ ਹੈ। ਨਗਰ ਦੇ ਵਿੱਚ ਕਿਸੇ ਕੋਲ ਕੋਈ ਵੀ ਗੁਣ ਹੈ, ਆਪਾਂ ਨੂੰ ਸਪੈਸ਼ਲ ਪਤਾ ਹੁੰਦਾ ਕਿ ਇਹ ਵਿਅਕਤੀ ਕੋਲ ਇਹ ਕਲਾ ਹੈ, ਇਹ ਗੁਣ ਹੈ, ਅਤੇ ਇਸ ਉਹਦੇ ਕੋਲ ਆਪਾਂ ਜਾਂਦੇ ਬਹੁਮਤ 'ਚ। ਕੋਈ ਚੰਗਾ ਡਾਕਟਰ ਹੈ, ਉਹਦੇ ਕੋਲ ਉਹ ਗੁਣ ਹੈ, ਉੱਧਰ ਨੂੰ ਭੀੜ ਲੱਗੀ, ਕੁਛ ਵੀ ਹੈ। ਕਿਸੇ ਕੋਲ ਅਕਾਲ ਪੁਰਖ ਵਾਹਿਗੁਰੂ ਨੇ ਜੋ ਗੁਣ ਬਹੁਤ ਆਤ ਦੇ ਦਿੱਤਾ, ਉਹਦੇ ਗੁਜਰਾਨ ਦਾ ਕਾਰਨ ਬਣ ਗਿਆ। ਉਹਦੇ ਆਧਾਰ 'ਤੇ ਚੱਲਦਾ ਤਾਂ ਗੁਜ਼ਾਰਾ, ਕਿਉਂਕਿ ਪਰਫੈਕਟ ਹੈ। ਹਰ ਬੰਦਾ ਬਿਜਲੀ ਨਾਲ ਪੰਗਾ ਨਹੀਂ ਲੈ ਸਕਦਾ ਜਿੰਨਾ ਉਹ ਡੂੰਘਾਈ ਵਾਲਾ ਲੈ ਲੂਗਾ, ਕਿਉਂਕਿ ਉਹ 'ਚ ਗੁਣ ਉਹਨੇ ਵਿੱਦਿਆ ਪ੍ਰਾਪਤ ਕੀਤੀ ਹੈ। ਹਰ ਵਿਅਕਤੀ ਨੂੰ ਕੋਲੇ ਗੁਣ ਹੈ, ਔਰ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਗੁਣ ਗੁਜਰਾਨ ਹੈ। ਦੂਜਾ ਗੱਲ, ਇਹਦੇ ਨਾਲ ਸਨਮਾਨ ਵੀ ਹੈ। ਸਨਮਾਨ ਕਾਹਦਾ ਹੁੰਦਾ? ਬੰਦੇ ਦਾ ਨਹੀਂ, ਗੁਣਾਂ ਦਾ। ਗੁਣਾਂ ਦਾ ਸਨਮਾਨ ਹੈ, ਵਿਅਕਤੀ ਦਾ ਕੋਈ ਸਨਮਾਨ ਨਹੀਂ ਹੈ। ਅਗਰ ਉਹ 'ਚ ਕੋਈ ਗੁਣ ਨਹੀਂ ਹੈ ਤਾਂ ਉਹਦਾ ਕੋਈ ਸਨਮਾਨ ਵੀ ਨਹੀਂ। ਸਮਾਜ ਸਨਮਾਨ ਤਾਂ ਗੁਣਾਂ ਦੀ ਹੁੰਦਾ। ਕੋਈ ਵਿਅਕਤੀ, ਮੈਂ ਕੱਲ੍ਹ ਹੀ ਬੇਨਤੀ ਕੀਤੀ ਸੀ, ਕੋਈ 'ਚ ਗੁਣ ਪਿਆ, ਉਹਨੇ ਇੰਨੀ ਮਿਹਨਤ ਕੀਤੀ, ਕੋਈ ਜਿੱਤ ਕੇ ਆਇਆ, ਉਹ ਗੁਣਾਂ ਦੇ ਆਧਾਰ 'ਤੇ ਅੱਗੇ ਨਿਕਲ ਗਿਆ, ਅਤੇ ਸਾਰੇ ਸਮਾਜ ਨੇ ਉਹਨੂੰ ਕੀ ਦਿੱਤਾ? ਸਨਮਾਨ ਦਿੱਤਾ, ਸਨਮਾਨ ਕੀਤਾ ਉਹਦਾ। ਗੁਣ ਗੁਜਰਾਨ ਵੀ ਹੈ, ਗੁਣ ਸਨਮਾਨ ਵੀ ਹੈ, ਅਤੇ ਗੁਣ ਪ੍ਰਵਾਨ ਵੀ ਹੈ। 3 ਗੱਲਾਂ ਸਮਝ ਆ ਗਈਆਂ ਤਾਂ ਪਤਾ ਲੱਗ ਗਿਆ। ਗੁਜਰਾਨ, ਸਨਮਾਨ, ਪ੍ਰਵਾਨ। ਪ੍ਰਵਾਨਗੀ ਕਿਸ ਨੂੰ ਮਿਲਣੀ? ਉੱਤੇ ਜਿਨ੍ਹਾਂ ਕੋਲ ਗੁਣਾਂ ਦੀ ਗਠੜੀ ਹੈ। ਜੇ ਅਵਗੁਣ ਪੱਲੇ ਬੰਨ੍ਹ ਕੇ ਲੈ ਗਏ, ਨਾ ਉਰੇ ਸਨਮਾਨ ਹੈ, ਨਾ ਉੱਥੇ ਹੈ, ਨਾ ਉਰੇ ਪ੍ਰਵਾਨਗੀ ਮਿਲਣੀ ਹੈ, ਨਾ ਉੱਥੇ ਮਿਲਣੀ ਹੈ। ਕੀ ਬੇਨਤੀ ਕਰਨੀ ਹੈ? ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮੇਰਾ ਵਿਚਾਰ ਹੀ ਨਾ ਕਰੋ, ਮੇਰੇ 'ਤੇ ਮਿਹਰ ਕਰ ਦਿਓ, ਕਿਉਂਕਿ ਮੇਰੇ 'ਚ ਅਵਗੁਣ ਅਵਗੁਣ ਨੇ। ਸਭ ਅਵਗਣ ਮੈਂ ਗੁਣ ਨਾਹੀ ਕੋਇ ਕੇ, ਕਿਵ ਕਰ ਕੰਤ ਮਿਲਾਵਾ ਹੋਵੇ। ਤੇਰੇ ਨਾਲ ਮਿਲਾਪ ਹੋਊ ਕਿਵੇਂ? ਕਿਉਂਕਿ ਤੇਰੇ ਨਾਲ ਮਿਲਾਪ ਹੋਣ ਦੇ ਲਈ ਗੁਣ ਜ਼ਰੂਰੀ ਨੇ, ਮੇਰੇ 'ਚ ਹੈ ਹੀ ਨਹੀਂ, ਮੇਰੇ ਤਾਂ ਸਾਰੇ ਅਵਗੁਣ ਨੇ। ਪੜ੍ਹੋ ਬਾਣੀ, ਸਭ ਅਵਗੁਣ ਮੈਂ ਗੁਣ ਨਾਹੀ ਕੋਈ ਵੀ ਨਹੀਂ ਹੈਗਾ। ਇਸ ਕਰਕੇ ਵਿਚਾਰੋ ਨਾ, ਕਿਉਂਕਿ ਮੈਨੂੰ ਪਤਾ ਮੇਰਾ ਇਹ ਪੱਖ ਭਾਰੂ ਨਿਕਲਣਾ। ਜੇ ਤੁਸੀਂ ਇਹਦੇ 'ਤੇ ਵਿਚਾਰ ਕਰਨ ਲੱਗੇ ਨਾ, ਮੇਰੇ ਗੁਣ ਨਹੀਂ ਵਾਧੂ ਨਿਕਲਣੇ, ਅਵਗੁਣ ਵੱਧ ਨਿਕਲਣੇ ਨੇ। ਮਾਟੀ ਕਾ ਕਿਆ ਧੁੱਪ ਹੈ ਸੁਆਮੀ, ਮਾਨਸ ਕੀ ਗਤ ਇਹੀ। ਮਾਟੀ ਮੈਨੇ ਮਿੱਟੀ, ਮੈਲਾਪਣ, ਮਿੱਟੀ ਮੈਲੀ ਹੈ, ਜਿੰਨੀ ਮਰਜ਼ੀ ਧੋ ਜਾਓ। ਕਦੇ ਉਹ ਹੈ ਨਹੀਂ ਵੀ ਆਪਾਂ 'ਚ 10 ਬਾਣੀਆਂ ਬਾਲਟੀਆਂ ਡੋਲਤੀਆਂ, 20 ਡੋਲਤੀਆਂ, ਹੁਣ ਮਿੱਟੀ ਧੋਤੀ ਗਈ, ਮਿੱਟੀ ਨਹੀਂ ਧੋਤੀ ਜਾਂਦੀ। ਧੋਵੋਗੇ ਮਿੱਟੀ ਨੂੰ, ਇੱਕ ਡਲੀ ਸਾਰੇ ਨੂੰ ਪਾਣੀ ਨੂੰ ਗੰਧਲਾ ਕਰ ਦਿਓ। ਪਾ ਕੇ ਦੇਖ ਲਓ ਕਦੇ। ਇਹ ਸਰੀਰ ਮਿੱਟੀ ਹੈ, ਇਹਨੂੰ ਅਸੀਂ ਕਿਵੇਂ ਧੋਈਏ? ਇਹ ਮੇਰੇ ਮਾਲਕ
ਸਾਡੀ ਮਾਨਸਾ ਦੀ ਇਹੀ ਹਾਲਤ ਆ। ਅਸਲ ਦੇ ਵਿੱਚ ਅਸੀਂ ਮੈਲੇ ਹਾਂ, ਸਾਨੂੰ ਪਲ ਪਲ ਮੈਲ ਲੱਗਦੀ ਰਹਿੰਦੀ ਹੈ। ਇਸ ਕਰਕੇ ਸਾਨੂੰ ਕਿਵੇਂ ਧੋਈਏ? ਇਹ ਔਗਣ ਬੜਾ ਛੇਤੀ ਗ੍ਰਹਿਣ ਕਰਦੇ ਆ। ਜਿਹੜੀ ਗੱਲ ਇਹਨੇ ਪਕੜਨੀ ਉਹ ਪਕੜਦੀ ਨਹੀਂ ਹੈ। ਸੋ ਮਿੱਟੀ ਮਿੱਟੀ ਹੈ, ਇਹ ਖਾਕ ਹੈ। ਤੂੰ ਇਹਦੇ ਵਿੱਚ ਨੂਰ ਜੋਤ ਆਪਦੀ ਰੱਖੀ ਹੈ, ਉਹ ਮੈਲ ਤੋਂ ਰਹਿਤ ਹੈ। ਤੋ ਸਤਿਗੁਰੂ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਇਸ ਗੱਲ ਦਾ ਮਾਣ ਨਾ ਕਰੀ ਕਿ ਮੈਂ ਇਹਨੂੰ ਧੋ ਕੇ ਬਾਹਰੋਂ ਕੁਛ ਵੀ ਲਾ ਕੇ ਮਾਫ਼ ਕਰਨਾ, ਸੁਗੰਧੀਆਂ ਜਾਂ ਕੁਛ ਵੀ ਪਤਾ ਨਹੀਂ ਪ੍ਰਵਾਨ ਹੋ ਜਾਊਗਾ। ਐਨ ਹੁੰਦਾ ਧੋਣਾ ਜ਼ਰੂਰ ਹੈ, ਇਸ਼ਨਾਨ ਕਰਨਾ, ਪਰ ਇਹ ਚੱਕਰ 'ਚ ਨਹੀਂ ਬਹਿਣੇ ਵੀ ਮੈਂ ਪਤਾ ਨਹੀਂ ਨਹਾ ਕੇ ਧੋ ਕੇ ਮੈਂ 4 ਵਾਰੀ ਨਹਾਉਣਾ ਦਿਨ 'ਚ 10 ਵਾਰੀ, ਐਂ ਕੁਛ ਨਹੀਂ ਹੋਣਾ। ਮਨ ਮੈਲਾ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਨਹੀਂ। ਇਹ ਚੱਕਰ 'ਚ ਨਹੀਂ ਬਣਾ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ। ਅਤੇ ਸਤਿਗੁਰੂ ਕੀ ਸਮਝਾਉਂਦੇ ਨੇ ਕਿ ਹੇ ਮੇਰੇ ਮਨਾ, ਸਾਨੂੰ ਸੰਬੋਧਨ ਕਰਦੇ ਨੇ, ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਸਤਿਗੁਰੂ ਦੀ ਸੇਵਾ 'ਚ ਆ ਜਾ, ਸੁਖ ਹੋਈ। ਜੇ ਸੁੱਖ ਚਾਹੁੰਦਾ ਨਾ ਇੱਥੇ ਆ ਜਾ। ਆ ਵੀ ਸੇਵਾ ਹੈ। ਦੇਖੋ ਆਪਾਂ ਕੀ ਸੇਵਾ ਕਰ ਰਹੇ ਹਾਂ? ਮਹਾਰਾਜ ਬਚਨ ਕਰਦੇ ਨੇ ਕਿਹਾ ਸੇਵਾ ਹੈ। ਆਪ ਇੱਥੇ ਬੈਠੇ ਉਹਦੀ ਕਿਰਪਾ ਨਾਲ ਗੁਰ ਕੀ ਸੇਵਾ ਆ ਲਿਖਿਆ ਪਿਆ ਬਾਹਰ, ਸ਼ਬਦ ਵਿਚਾਰ। ਮਹਾਰਾਜ ਕਹਿੰਦੇ ਮੇਰੀ ਜੇ ਤੂੰ ਸੇਵਾ ਚਾਹੁੰਦਾ ਨਾ, ਉਹ ਸ਼ਬਦ ਦੀ ਵਿਚਾਰ ਕਰ, ਇਹ ਮੇਰੀ ਸੇਵਾ ਹੈ, ਐ ਮੰਨ ਲੈ, ਮੈਂ ਐ ਮੰਨਦਾ। ਕਿਉਂਕਿ ਗੁਰੂ ਪਰਉਪਕਾਰੀ ਹੈ। ਤੂੰ ਸ਼ਬਦ ਦੀ ਵਿਚਾਰ ਕਰੇਗਾ ਤਾਂ ਮੈਂ ਮੰਨਦਾ ਕਿ ਤੂੰ ਮੇਰੀ ਸੇਵਾ ਕਰੇ, ਮੇਰਾ ਹੁਕਮ ਮੰਨ ਰਿਹਾ। ਸੁਣੇਗਾ ਤਾਂ ਮੰਨੇਗਾ ਵੀ। ਗੁਰੂ ਹੀ ਚਾਹੁੰਦੇ ਨੇ। ਅਸੀਂ ਜ਼ਿੰਦਗੀ ਭਰ ਮਨਾਉਣ ਦੇ ਚੱਕਰ 'ਚ ਰਹਿੰਦੇ ਹਾਂ, ਮੰਨਦਾ ਨਹੀਂ। ਮਹਾਰਾਜ ਨੇ ਹੁਕਮ ਮੰਨਿਆ ਹੋਵੇ। ਰੌਲੀ ਸਾਡਾ ਇਹ ਹੈ, ਹਰ ਜਗ੍ਹਾ 'ਤੇ ਮੇਰਾ ਕੀ ਰੌਲਾ ਹੈ ਕਿ ਮੇਰਾ ਹੁਕਮ ਮੰਨਿਆ ਜਾਵੇ ਬਸ। ਫਿਰ ਮੈਨੂੰ ਕੋਈ ਪ੍ਰੋਬਲਮ ਹੈ? ਵੀ ਕਦੇ ਚੈੱਕ ਕਰੋ। ਜੋ ਮੈਂ ਕਹਿਤਾ ਲੋਕਾਂ ਨੇ ਮੰਨ ਲਿਆ, ਸਮਾਜ ਨੇ ਮੰਨ ਲਿਆ, ਘਰਦਿਆਂ ਨੇ ਮੰਨ ਲਿਆ, ਲੜਾਈ ਹੈ ਹੀ ਨਹੀਂ ਹੈ। ਲੜਾਈ ਦਾ ਮੁੱਢਲਾ ਕਾਰਨ ਕੀ ਹੈ ਕਿ ਮੇਰੀ ਗੱਲ ਕੱਟੀ ਜਾਂਦੀ ਹੈ, ਸੁਣਦੇ ਹੀ ਨਹੀਂ ਕੋਈ, ਮੰਨਦੇ ਹੀ ਨਹੀਂ ਕੋਈ। ਇਸ ਕਰਕੇ ਮੈਂ ਲੜਦਾ। ਮੈਂ ਲੜਦਾ ਕਿਉਂ ਹਾਂ? ਕਿਉਂਕਿ ਮੇਰੀ ਗੱਲ ਜੇ ਮੰਨ ਲਈ ਫਿਰ ਤਾਂ ਕੋਈ ਲੜਾਈ ਨਹੀਂ ਹੈ। ਜਿਹਦੀ ਮੰਨਣੀ ਹੈ ਮੈਂ ਜ਼ਿੰਦਗੀ ਭਰ ਮੰਨੀ ਨਹੀਂ, ਮਨਾਉਣ ਦੇ ਚੱਕਰ 'ਚ ਪੈ ਗਿਆ ਵੀ ਆਹ ਮੰਨ ਜਾ ਤੂੰ, ਆਹ ਮੰਨ, ਮੇਰੀ ਮੰਨ। ਪਰ ਇੱਥੇ ਕੀ ਹੈ? ਹੁਕਮ ਮੰਨਿਆ, ਮਨਾਇਆ ਨਹੀਂ। ਹੋਵੇ ਪ੍ਰਵਾਨ। ਜੇ ਪ੍ਰਵਾਨ ਕੇ ਲੈਣਾ ਫਿਰ ਮੰਨ ਗੁਰੂ ਦਾ ਹੁਕਮ। ਕੀ ਬਖਸ਼ੇ ਕਰਦੇ ਨੇ ਕਿ ਸਤਿਗੁਰੂ ਦੀ ਸੇਵਾ 'ਚ ਆ ਜਾ। ਜੋ ਇੱਛਾਓ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ ਰਹਾਓ। ਵਿਸ਼ਰਾਮ ਦੇ ਕੇ ਬਚਨ ਕਰਦੇ ਹਨ। ਜੋ ਇੱਛੋ, ਸਾਡੀਆਂ ਬਹੁਤ ਸਾਰੀਆਂ ਇੱਛਾਵਾਂ ਨੇ। ਸਾਡੇ ਅੰਦਰ ਇੱਛਾ ਦਾ ਚੱਲਦੀਆਂ ਰਹਿੰਦੀਆਂ ਲੜੀ। ਇੱਕ ਪੂਰੀ ਹੋ ਗਈ, 10 ਹੋਰ ਆ ਖੜੀਆਂ, 10 ਹੋ ਗਈਆਂ, 20 ਆ ਗਈਆਂ, 20 ਹੋ ਗਈਆਂ, 50। ਜ਼ਿੰਦਗੀ ਭਰ ਅਖੀਰਲੇ ਸਾਹ ਤੱਕ ਕੀ ਚੱਲਦਾ ਰਹਿੰਦਾ? ਇੱਛਾ। ਇੱਕ ਹੋਰ ਦੇਖੋ ਕਮਾਲ ਦੀ ਗੱਲ, ਕੋਈ ਵਿਅਕਤੀ ਅਵਗਣ ਦੇ ਅਧੀਨ ਕੋਈ ਸਜ਼ਾ ਦਾ ਭਾਗੀ ਬਣ ਗਿਆ। ਮੰਨ ਲਓ ਸਭ ਤੋਂ ਵੱਡੀ ਸਜ਼ਾ ਕੀ ਹੈ ਆਪਣੇ ਦੇਸ਼ ਦੇ ਵਿੱਚ? ਕਿ ਮੈਨੂੰ ਫਾਂਸੀ 'ਤੇ ਟੰਗ ਦਿਓ। ਇਹ ਸਭ ਤੋਂ ਉੱਪਰਲੀ ਸਜ਼ਾ ਹੈ, ਫਾਂਸੀ ਦੇ ਦਿਓ ਇਹਨੂੰ। ਅਤੇ ਉਸ ਸਮੇਂ ਵੀ ਕੀ ਕੀਤਾ ਜਾਂਦਾ ਹੈ? ਇੱਕ ਵਿਧਾਨ ਬਣਾਤਾ ਵੀ ਚਲੋ ਅਵਗਣ ਹੋ, ਜੋ ਕੁਛ ਹੋ ਗਿਆ, ਇਹਦੀ ਆਖਰੀ ਇੱਛਾ ਤਾਂ ਪੁੱਛ ਲਓ ਕੀ ਹੈ। ਜੇ ਹੋ ਸਕੇ ਪੂਰੀ ਹੋਣ ਵਾਲੀ ਤਾਂ ਕਰ ਦਿਓ। ਉਹਨੂੰ ਪੁੱਛਿਆ ਜਾਂਦਾ ਵੀ ਤੂੰ ਦੱਸ ਤੂੰ ਕੀ ਚਾਹੁੰਦਾ? ਵੀ ਤੈਨੂੰ ਪਤਾ ਹੀ ਹੁਣ ਵੀ ਇੰਨੇ ਮਿੰਟਾਂ ਬਾਅਦ ਤੈਨੂੰ ਫਾਂਸੀ 'ਤੇ ਟੰਗ ਦੇਣਾ, ਤਖ਼ਤ 'ਤੇ। ਤੂੰ ਕੀ ਚਾਹੁੰਦਾ? ਤੂੰ ਕੋਈ ਪਾਠ ਕਰਨਾ ਚਾਹੁੰਦਾ, ਭਜਨ ਬੰਦਗੀ ਕਰਨਾ ਚਾਹੁੰਦਾ, ਕਿਸੇ ਨੂੰ ਮਿਲਣਾ ਚਾਹੁੰਦਾ, ਕੀ ਚਾਹੁੰਦਾ? ਜੇ ਉਹ ਘੇਰੇ 'ਚ ਆਉਂਦੀ ਹੋਈ ਤੇਰੀ ਇੱਛਾ ਤਾਂ ਅਸੀਂ ਪੂਰੀ ਕਰਾਂਗੇ। ਕੀ ਚਾਹੁੰਦਾ ਦੱਸ? ਇਸ਼ਨਾਨ ਕਰਨਾ ਚਾਹੁੰਦਾ? ਕੀ ਚਾਹੁੰਦਾ? ਭਜਨ ਬੰਦਗੀ ਕੀ ਗੱਲ, ਕੀ ਕਹਿਣਾ ਚਾਹੁੰਦਾ ਤੂੰ? ਅਤੇ ਮਹਾਰਾਜ ਬਚਨ ਕਰਦੇ ਨੇ ਇਹ ਤਾਂ ਉਹ ਇੱਕ ਅਵਗਣ ਦਾ ਵਿਧਾਨ ਹੈ। ਪਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਤੇ ਨਾ। ਇੱਛਾ ਰਹਿੰਦੀ ਕੋਈ ਨਹੀਂ। ਜਦੋਂ ਸਮਝ ਲੱਗ ਗਈ ਨਾ, ਉਨੀ ਦੇਰ ਤੱਕ ਅਧੂਰੀ ਸਮਝ ਇੱਛਾ ਦਾ ਲੈਣ ਲੈ ਕੇ ਆਉਂਦੀ ਹੈ। ਅਧੂਰੀ ਸਮਝ
बहुत सारिया इच्छावां लैके आउंदी है, पूरियां हुंदियां ने, फिर भटकदा रहिंदा, चिंता करदा रहिंदा विआह नहीं पूरी, क्योंकि एक हो गई उहदे नाल खड़दा नहीं है। आपां आपदी हालत देख लो, मेरे कोले पहला साइकिल सीगा, कोई स्कूटर वाला लंघदा कोल दी, मेरे मन च भी यार ये वधिया, आपां एवें लत्तां मारे ना, ये मिंट च लंघ गया, तो गुरु तो की मंगया कि मैनू भी दे दो जा, तुहाडे कोल किहड़ा घट है, मैनू भी मिल जाए। वो कहते फिर सैट है, ठीक है, ये तेरा ठीक हो जूगा, कहते जा मैं वो ले लिया, थोड़े चिर चलाया तो कार वाला लंघिया, मैं नहीं ये तो नहीं है, जे ये दे दो, वो कहते भी दे देने, वो देती। फिर कोई होर वड्डी वाला लंघिया, उत्थों की वड्डी गड्डी वाला जिहदी बालियां सहूलतां ने, वो कहते जी ये नहीं, आ दे दो, वो भी देती। फिर कहते ये भी नहीं जी, मैं उपर भी उड्डना चाहना, मैनू जहाज़ दे दो, जहाज़ ही दिता। किते कित्थों चल के कित्थे तक जा ही जाता, क्योंकि साधन वरतना कोई माड़ी गल नहीं, गुरमत च वरते जा सकते हैं, मंगे भी जा सकते हैं, मंगो मेहनत करो, पर साधन का मकसद नहीं भुलना भी ਇਹਦਾ मैं यूज़ की करना है। जे वो गुरु की सेवा च आउंदा है, ये उस पासे वाल नूं आपां साधन की वरतों कर रहे हैं, तो वो भी प्रवान है, जिहदे नाल दारू ढोणी है माफ़ करना। फिर ये ध्यान नाल सुननी है, की इच्छा करनी है, जो इच्छा हो सोई फल पावो, वो फल तुहानूं मिल जूगा। फिर दुख ना व्यापै कोई, नहीं तो इच्छा के विचों दुख निकलदा, पूरी हुई दुखी भी हो गया, पूरी भी करा ली दुखी भी हो गया। महाराज कहते जदों तू सतगुरु की सेवा च आके मंगेगा ना, पहला तो तेरी इच्छा ही भुग जू, जिन इच्छा सब सारियां पूरी हो जाएंगियां, आनंद साहब पर रोज़ पढ़ जा रहनी नहीं, एक ही रह जूगी, मैनू तेरा मिलाप चाहिए, जिसके लिए मैनू जीवन मिले, मनोरथ मेरा पूरा होना चाहिए, बाकी तो सब कुछ दित्ती हुआ सब जो तो मैनू बख्शिश की, मैनू प्रवान है, पर मेरे ते ये मेहर करो कि मैनू दुख ना लगे। असल च मैं मंगया सुखां दे लिए, साधन तां सी कि मैं दुख चों निकला, पर वो इच्छा ने मैनू फिर दुखी करता, फिर वो मंगे का भी की फायदा होया। महाराज कहते इस तरह की इच्छा तेरे विच पैदा हो जानी है, वो तेनों फल लग जाना, फिर दुख नहीं लगे। काचे भांडे साज नवाजे, अंतर जोत समाई, ये साडा जिहड़ा भांडा है कच्चा है। हुण कच्चे भांडे की किन्नी क मनियाद हुंदी है, आपां नूं पता है, माड़ा जिहा लग्या टुट गया। और सच्चे अकाल पुरख वैगुरू नूं इहनूं साजिया, कल्ला साजिया ने इहनूं नवाजिया भी है, साज के नवाज देना, भाव कि उसकी हर पूर्ति हर लोड़ भी पूरी की, ते ਉਹਦੇ अंतर की पाया जोत आप बह गया, अंतर जोत समाई, साडे अंदर जोत है, असी खाक ते नूर दा समेल हाँ, मिट्टी ते नूर, अब्बल अल्लाह नूर उपाया कुदरत के सब बंदे। मिट्टी बाहरली है, जोत अंदर है, जदों वो जोत अंदरों निकल गई, मिट्टी नूं कोई नहीं रखता, उहदे की कर दिंदे सपुरद कर देंगे ने, कहते खाक दे मुसलमान भी कबर बना के, कोई अग्नि भेटा आपदे आपदे विधान मुताबक, कोई जल च कोई कमें, खाक नूं कोई नहीं रखता, मिट्टी मिट्टी माटी माटी हुई एक वो रल गई। हुण जिहड़ी जोत है, अंतर जोत समाई है, मन तो जोत स्वरूप है, अपना मूल पछाण जे तो गुरु की सेवा च आ गया, गुरु के घेरे च आ गया, हुक्म मन्निया तो उन्होंने जोत का पता लग गया, मूल पछाण लिया, नहीं तो मिट्टी मगरे दौड़ता रहा जिंदगी भर, रूप मगरे दौड़ता रहा, और वो सोझी नहीं आई कि मैं गुण इकट्ठे करा, गुण संग्रह। जैसा लिखत लिखिया तुर करता है, हम तैसी किरत कमाई। हुण ते साडा बस किन्ना कर, धन गुरु अर्जन पातशाह बख्शिश करते हैं कि हे करते पुरख, लिखण वाला तू है, हथ कलम अगम मस्तक लिखावती, तेरे हथ च कलम है, तो लिखा कित्थे है मस्तक, मस्तक मैंने मत्था, आप हथ दिखाते रहने, हथ कलम अगम मस्तक लिखावती, मत्थे ते लिखा है भाग, ये वो जाने, ये गुरु महाराज के बचन ने, जैसा लिखत लिखिया कित्थों तुर करते,
हम तैसी किरत कमाई, किरत कर्म के विछड़े। सानू जो तो किरत पाती सानू करनी पऊगी। मैं नहीं बाहर भज सकता, तू कोई भी नहीं भज सकता। किरत पाने वाला कौन है? करता। कोई जिन्होंने पाती वो करे, वो सब कुछ प्राप्त हो जाना है। कोई किरत छोटी नहीं है माफ करना। जो पाती तो हुक्म, जिस जोग ने मैनू समझा भांडा बना के, वो मेरे चो नहीं किरत पाती। किसी को डॉक्टर बनाता, किसी को इंजीनियर बनाता, किसी को प्रोफैसर बनाता, किसी ने कुछ बनाता, किसी ने कुछ, वो जो गुण पाता और वो गुण दे किरत करता। जो सच्ची सुच्ची किरत करी जा रहा तो वो छोटा बड़ा कुछ भी नहीं है, पार हो जाना है। कोई मर्जी है, किन्ने उदाहरण ने। कोई भगत जन कोई किरत करते थे, जो भगत कबीर जी जुलाहे का काम करते हैं, किरत से उन्होंने भी पार। भगत रविदास जी वो काम करते हैं तो वह भी पार। सैन जी वो काम करते हैं, जोड़े जो मर्जी किरत है, किरत करके नहीं कोई समाजिक तौर पर छोटा बड़ा। सो महाराज को तैसी किरत से ने कमाती, मन तन थाप किया सब अपना, एहो आवण जाना। पर कित्थे चक्कर खा गए सी। मन ते तन मैं मन लिया अपना, थाप लिया, ये मैं पक्का कर लिया मन च भी मेरा है। ध्यान नाल सुन गल। मन तन थाप किया सब अपना भी मेरा है। इस करके की होया, एहो आवण जाना। तैनूं फिर आना जे तेरा कहता फिर आई जाएगा, जिद्दे तैं कहता भी मेरा नहीं हैगा उद्दे उरे रह जी। जे तू मन्नी जाना भी तेरा है, फिर चली चल लाई करी जा हिसाब किताब। आ 70 साल ला जी, अगली बारी आ जी, फिर ला जी, जो तेनों ऐ लग गया ना मेरा मुझमें कुछ नहीं, उस दिन गल कर ले मेरे नाल। आ बीमारी है, ये समझ होनी चाहिए है। एहो आवण जाना है। तो इसीलिए आप बेनती करते हैं सतगुरु कि साढ़े तो कृपा करके मेरी आ बारी लास्ट बारी हो जाए। लास्ट पता नहीं करने के बारे किरत कर्म के बिछड़े फिरते हैं। 4 कुंट दह दिस भ्रम है, थक आए प्रभु की शाम। प्रभु की शाम ने शरण, थक गया मन भी नहीं, मैं नहीं कहूँगा दोबारे नहीं बेते होता। हर बारी फिर वही झोला चकना है, फिर वही ऊड़ा पढ़ना है। ऐतकी PhD कर ली, डॉक्टरेट कर ली, 20-50 साल गालते, वो मुड़ के साफ करके पोचा मार के फिर पे चल रहे। दुनिया की रैपूटेशन नहीं अपन पसंद। जो अपन कोई काम दोबारा करना पे ना, आप कहना भी मैं भगाई हो गई यार, 2 गेड़े लग गए, पहले गेड़े च काम पार होंदा गए भी काम पहले च पूरा होना चाहिए। जे किते दूजा लग जे किन्ना बिलकदे भी एवें भगाई हो गई यार, ऐ हो गया वो है। तो आ गेड़े का पता ही नहीं है किन्ने साल का, 80 का, 90 का, 100 का। फिर जिन दिया सो चित न आवे, मोह अंध लपटाना। इत्थे कई मोहे पढ़ी जाते हैं, माफ करना, पूरा ध्यान रखना। मम्मे नूं होड़ा हाहे नूं सारी मैंने मोह है, जिहड़ा आपां मोह करते हैं, मोहे नहीं है। कुछ वीरां दा इस तरह का बनाया कि भी जिवें लिखा है जी असीं तां उवें पढ़ांगे जी, उवें उचारण करांगे। इहनूं मोहे पढ़ी जाने। मोहे मैंने मेरा हो गया, मोह मैंने मोह हो गया। हुण कितना फर्क पै गया। अर्थ का अनर्थ ही हो गया। अर्थ की है मोह, लपटिया काहदे विच मैं मोह दे विच, ना कि मोहे दे विच। सो ये ध्यान जरूर मंगदी गल। जिन दिया सो चित न आवे, जिन्हें सानू सारा कुछ दिता वो साडे चित्त च नहीं है। काज लपट के मोह अंध अन्ने मोह च लिपटे हुए हैं। जिन किया सोई प्रभ जाना, हर का महल अपारा। सो जिने ये कीता सारा संसार पैदा किया, सोई प्रभ जाना है, वही जानदा इहदे बारे। असी क्यास राइयां तो ला सकते हैं, कल्पनावां कर सकते हैं जिन्नी को उन्हें बुद्ध दी है, पर जे आपां कहीए भी भेद जान लिया, सब कुछ पता लग गया, नहीं इस तरह हो सकता, संभव नहीं है। हर का महल अपारा, अपार मैंने जिहदा उरला परला बनना ना हो, नहीं लभ सकता कोई। अकाल पुरख वाहिगुरू का कोई भेद जे किसी ने मिलिया भी तो दस नहीं सकता। जे हाँ जाना आखा ना ही कहना किशो ना आउंदे ना बचन। मान लो जे हाँ जाना जे
फिर मैं तो आख्या नहीं जाना, दसूँगा मैं, क्योंकि वो समर्थ ही नहीं है तेरा बेर बदता जाए। कथा ना कति ना आवे तो कथ कथ करती कोटी कोट कन्नी कर की बख्श करते हैं। भगत करी हर के गुण गावा, मेरे ते की कृपा कर, मेरे तो आपदे गुण गवा लै, मैं गा नहीं सकता। भगती करें हर के गुण गावा, मैं भगती तेरी करा, मैं हरी दे गुण गावा। मेरी तो गल है, जो पढ़ता है जो सुनता वो किसी ने नहीं कहा। भगत करी हर के गुण गावा, मैं हरी दे गुण गावा, मैं तेरी भगती दे विच लगा, मेरे ते कृपा कर, क्योंकि मैं की हाँ नानक दास तुम्हारा मैं तेरा, मैं तेरा दास हाँ, मैं तेरी पूंजी हाँ, मेरे ते बख्शिश कर दे। जिथे तो अनेकों बख्शिशा कीते ने ना, मेरे तो आपदे गुण गवा, मैं तो नहीं आपदी गाई जाऊँगा, मैनू नहीं समझ लगनी, मैं तो जिंदगी भर मैं तो आपदे नहीं लोट आना, आपदा रूप शंगारी जाऊँगा, आपदी सारा कुछ करी जाना, तो मैं करके तो तुरदे बनना। समझ ही नहीं आनी, फिर मगरों पछताउण का फायदा की। बेनती की करनी है कि इस तरह की मेरे ते मेहर करो जी कि मैनू आपदी भगती चला लो, भगती करें। भगती कोई नहीं भी काम नहीं करना, शुद्ध हिरदे नाल कीती सेवा समाज की भगती है। सुनो, गुरमत का तो राह ही निराला है, इत्थे ऐ कोई नहीं मतलब धूनी ऐ कुछ भी नहीं है। तुसी जो किरत मालक ने पाती उहदे विच की समाज की सेवा कर रहे हो, की सच्चे मन नाल तुसी उहनूं कर रहे हो, तुहाडी भगती है। मेरी भी तुहाडी भी। एक अध्यापक है जो उन्हें सच्चे मन नाल पूरा टाइम ला के पढ़ा के ऐ मन के चलिया कि मैं इन्हां दी जिंदगी मैनूं समा मिले, जिन्नी कि मैनूं ज्ञान है मैं पूरा इन्हां दे विच भरदा, ये भगती है। खुश है वो, कहते भी ठीक है मैं तेरे च गुण पाए तो प्रयोग किया। एक डॉक्टर है, पूरा उन्हें ध्यान लाया, बिजनस नहीं किया उन्हें ये नहीं भी मैं पुट्ठे राह ते पा दा, मैं अपना गाहक बना लाया नहीं, उन्हें जोर लाया भी तेज मैनू गुण दिता है, मैं नहीं कुछ कर सकता। कहीं ने लिख के लाया जो सियाने डॉक्टर ने कि मैनू तो तैं रहमत की हुई है, काम तो तैं करना है, मैं तो वो आपके सच्चे मनों कर रहा हूँ, बाकी जो तेन भावता था अगे का कट्टिया जाऊगा, मैं नहीं कट सकता। वो जोर ला रहे हूँ। असं तो उल्टा है, मास्टर ने पढ़ाया नहीं भी ट्यूशन पर घर आऊगा, डॉक्टर ने होर भी कुछ दसता जान के डराउन के मरे, इनू डरा लो फिर तो हर पासे पर ये की भगत है। भावें सवेरे पाठ करके वग गया, माफ़ करना, चाहे रोज़ गुरुद्वारा साहब आ गया, मत्था भी टेक गया, सब कुछ कराया, इतने भांडे बर्तन मांजे, पर जाके दुकान पर की शुरू करता, वही कुछ लुट घसुट किसी का कुछ करता, कोई लिफाफा बदलता कुछ कि ये सारा कुछ भगती खुश होगा परमात्मा उत्थे नहीं देखता, वो कला गुरुद्वारे नहीं देखता, वो तो सारे जगह दी है। जो मैनू पता लगा भी ये गाहक आता ये भी आता रब का रूप ही है, भी ये मैं ठगी नहीं, मैं आपका जायज़ नफा जरूर कमाना, ये नहीं भी कमाना नहीं, मैं जिन्ना मर्जी रख लो, फिक्स रख लो। दुनिया के आप जो कोई चीज़ खरीदनी है ना बाजार के जो चीज़ छोटी मोटी है, फिर तक भी बच्चे को भेज दें भी जाओ फड़ लिया, उत्थों उन्होंने फड़ाए 10 रुपये भी चीज़ फड़ लिया भी चलो कोई गल नहीं। जे कोई चीज़ महंगी खरीदनी है थोड़ी जी, तो खुद जाने की कोशिश करता भी तो बच्चा है, इनू पता ही नहीं है, मैं खरीद के लिया। पर जो उदों भी महंगी खरीदनी है फिर क्या करता है, फिर यह कहता भी इस चीज़ का जोड़ा जानकार है ना, जोड़ा सलाहकार है, जोड़ा इस चीज़ माहर है, मैं उन्होंने नाल लैके जाना। आप पिंडों के वासी हाँ जानते हैं, किसी ने पशु खरीदना ना, कई पशुओं का बड़ा अभ्यास है भी इस तरह की ल्योटी होनी चाहिए जी, इस तरह के सिंग होने चाहिए, इन्नी पूछ ऐ हो, ये नस्ल है, उन्होंने पता है, सारे नहीं पता। आप की बेनती करते हैं भाई साहब मैं खरीदनी है, तू मेरे नाल चल, मैं ठग्या ना जाना, क्योंकि मैंने तो मेरी पूरी जानकारी नहीं है। आप उन्होंने नाल लैंदे तो जेड़े धर्म के थां ते जिथे भगती करनी है, जिथे सेवा करनी है, उत्थे किहनूं नाल लैंदे आ, उत्थे कहंदे मैनूं आप ही पता है, आपां नूं कुछ नहीं पता। गुरु के अंग संग भाव के गुरु की शरण दे विच आउणा, उत्थे गुरु तो सलाह लैणी भी मैं किवें करां। दुनियादारी च सचेत हाँ सलाह ले ली, हाँ भाई जे नहीं लवांगे तो ठगे जावांगे, तां कि क्योंकि मैं माहर ले लिया नाल, इत्थे भी माहर ले लो। गुरु माहर है, गुरु ने कमाई की है, गुरु
ऐसे गुर को बल बल जाइए आप मुक्त मोहे। इत्थे मोहे पढ़ रहे हैं, मैंने मैनू, इत्थे मोह नहीं है, तारे। मैं उस तो कुर्बान जाना ਜਿਹੜਾ खुद मुक्त है तो मैनू भी तारूगा। सो इस समर्थ गुरु की शरण ਦੇ ਵਿੱਚ ਆਉਣਾ बहुत ਵੱਡਾ ਇੱਕ ਵੱਡੇ ਭਾਗਾਂ ਦੀ ਨਿਸ਼ਾਨੀ ਹੈ। सतगुरु रहमत करन, शब्द विचार की दात नाल सानू नवाज के रखन। जिन्नी भी साडी सवासां की पूंजी है वो गुरु के उपदेश सुनते मनते कमाते बीते। तो शब्द विचार नाल सांझ बनाउंदियां होईयां बेअंत भुल्लां समर्थ सतगुरु बख्शण योग ने। होईयां भुल्लां संगत जो गुरु का रूप है बख्शण योग है। होईयां भुल्लां बख्श देना जी, होईयां भुल्लां दी खेमा बुलाओ फतेह। वाहिगुरू जी का खालसा वाहिगुरू जी की फतेह।